ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੇ ਚਰਨਨ ਪਰਵਾਰੀਐ। ਅਗਨ ਜਲਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉੱਡੈ ਪਵਨ ਹੋਏ ਅਨੇਕ ਪ੍ਰਕਾਰੀਐ। ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕਉ ਡਾਰੀਐ। ਤੇਹ ਪਦ ਪਾਦਿਕ ਚਰਨ ਲਿਵ ਲਾਗੀ ਰਹੈ। ਦਇਆ ਕੇ ਦਇਆਲ ਮੋਹੇ ਪਤਿਤ ਉਧਾਰੀਐ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ, ਗਿਆਨ ਦੇ ਮੁਜੱਸਮੇ, ਜੀ ਦਾਨ ਦੇ ਦਾਤੇ, ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਅਤਿਅੰਤ ਪ੍ਰੇਮਾ ਭਾਵਨੀ ਸ਼ਰਧਾ ਦੇ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਅੰਦਰ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦੇ ਨਾਲ ਅੱਜ ਦਾ ਜੋ ਰਾਤਰੀ ਦਾ ਇਹ ਵਿਸ਼ੇਸ਼ ਦੀਵਾਨ ਸੱਜਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਚਾਵਾਂ ਨਾਲ ਬੜੇ ਪਿਆਰ ਨਾਲ ਮਨਾ ਰਹੇ ਹਾਂ। ਔਰ ਸਾਰੀ ਨਗਰ ਦੇ ਅੰਦਰ ਗੁਰੂ ਕੀ ਨਗਰੀ ਦੇ ਵਿੱਚ ਥਾਵਾਂ ਥਾਵਾਂ ਤੇ ਗੁਰਮਤਿ ਦੇ ਸਮਾਗਮ ਲਗਾਤਾਰ ਇੱਕ ਲੜੀ ਦੇ ਤਹਿਤ ਹੋ ਰਹੇ ਨੇ। ਜਿੱਤੇ ਅੱਜ ਆਪਾਂ ਗੁਰਮਤਿ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਇਹ ਕੇਵਲ ਤੇ ਕੇਵਲ ਤਨ ਦੀ ਹਾਜ਼ਰੀ ਨਾ ਰਹਿ ਜਾਏ। ਇਹ ਤਰਲਾ ਲਈਏ, ਇਹ ਅਰਦਾਸ ਕਰੀਏ ਕਿ ਪਾਤਸ਼ਾਹ ਆਪ ਨੇ ਸਾਡੇ ਤੇ ਬੜਾ ਤਰਸ ਕੀਤਾ, ਬੜੀ ਦਇਆ ਕੀਤੀ ਹੈ। ਸਾਨੂੰ ਸਰੀਰਾਂ ਕਰਕੇ ਦੇਹ ਕਰਕੇ ਆਪਣੇ ਦਰ ਘਰ ਵਿਖੇ ਲੈ ਆਂਦਾ ਔਰ ਸਾਧ ਸੰਗਤ ਵਿੱਚ ਜੁੜਨ ਦਾ ਇਹ ਅਵਸਰ ਬਖਸ਼ਿਆ ਹੈ। ਪਾਤਸ਼ਾਹ ਜੀ ਹੁਣ ਹੋਰ ਕਿਰਪਾ ਇਹ ਕਰੋ ਕਿ ਸਾਡੀ ਹਾਜ਼ਰੀ ਤੁਹਾਡੇ ਦਰ ਤੇ ਤਨ ਦੇ ਨਾਲ ਨਾਲ ਮਨ ਕਰਕੇ ਵੀ ਲੱਗ ਜਾਵੇ। ਗੁਰੂ ਕੇ ਸ਼ਬਦ ਵਿੱਚ ਸਾਡੀ ਸੁਰਤ ਦਾ ਟਿਕਾਓ ਬਣ ਆਵੇ। ਕਿਨਕਾ ਏਕ ਜਿਸ ਜੀ ਹੀ ਬਸਾਵੇ, ਤਾਂ ਕੀ ਮਹਿਮਾ ਗਣੀ ਨਾ। ਇੱਕ ਛੇਨੀ ਸਹੀ ਪਰ ਮੇਰ ਕਰਿਓ ਮੇਰੇ ਪਾਤਸ਼ਾਹ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, 62 ਜਨਮ ਨਾ ਆਵਾਂ ਕਿਤੇ ਐਸਾ ਰਸ ਸਵਾਦ ਅਸੀਂ ਵੀ ਚੱਖ ਲਈਏ। ਇਹ ਤਰਲਾ ਆਪਾਂ ਲਈਏ। ਗੁਰੂ ਖਾਲਸਾ ਪੰਥ ਜੀ ਦੀਆਂ ਰਵਾਇਤਾਂ ਅਨੁਸਾਰ
ਫਤਿਹ ਦੀ ਸਾਂਝ ਪਾ ਕੇ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਜੁੜਨ ਦਾ ਆਹਰ ਕਰੀਏ। ਸਰਬੱਤ ਮਾਈ ਭਾਈ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਬੜੇ ਪਿਆਰੇ ਅੰਮ੍ਰਿਤ ਬਚਨ ਗੁਰੂ ਸਵਾਰੇ ਰਾਗੀ ਸਿੰਘਾਂ ਦੇ ਪਾਸੋਂ ਆਪਾਂ ਸੁਣ ਰਹੇ ਸਾਂ। ਉਪਰੰਤ ਮੇਰੇ ਵੱਡੇ ਵੀਰ ਗਿਆਨੀ ਅਮਰ ਸਿੰਘ ਜੀ, ਜਿਨ੍ਹਾਂ ਦਾ ਜੀਵਨ ਪ੍ਰਚਾਰ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਫਲ ਹੋ ਰਿਹਾ। ਜਦੋਂ ਆਪਾਂ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਹਉ ਕੁਰਬਾਨੈ ਜਾਉ ਮਿਹਰਵਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕੈ ਹਉ ਸਦ ਕੁਰਬਾਨੈ ਜਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਬਹੁਤ ਐਸੇ ਨੇ ਜਿਹੜੇ ਕਿਸੇ ਨੂੰ ਕੀ ਜਪਾਉਣਾ ਹੈ ਆਪ ਵੀ ਨਹੀਂ ਜਪਦਾ ਕੋਈ। ਬਹੁਤ ਐਸੇ ਨੇ ਲੋਕਾਂ ਨੂੰ ਜਪਾਈ ਜਾਂਦੇ ਆ, ਮੇਰੇ ਵਰਗੇ ਆਪ ਜਪਦਾ ਕੋਈ ਨਹੀਂ। ਪਰ ਕੋਈ ਵਿਰਲਾ ਵਿਰਲਾ ਹੈ ਜਿਹੜਾ ਆਪ ਵੀ ਜਪਦਾ ਹੋਵੇ, ਜਿਹੜਾ ਹੋਰਾਂ ਨੂੰ ਵੀ ਜਪਾਉਂਦਾ ਹੋਵੇ। ਸਤਿਗੁਰੂ ਜੀ ਦੀ ਮਿਹਰ ਕਿਰਪਾ ਵਰਤੇ, ਸਾਨੂੰ ਕੇਵਲ ਕਹਿਣਾ ਨਹੀਂ ਜੀਣਾ ਵੀ ਆ ਜਾਏ। ਜਿਵੇਂ ਹੁਣੇ ਗਿਆਨੀ ਜੀ ਦੱਸ ਰਹੇ ਸਨ ਵੀ ਸਾਡੇ ਜੀਵਨ ਦਾ ਆਧਾਰ ਗੁਰੂ ਕੀ ਬਾਣੀ ਬਣੇ। ਸਾਧ ਸੰਗਤ ਜੀ, ਅੱਜ ਜਿਹੜੇ ਵਿਸ਼ੇ ਦੇ ਉੱਤੇ ਹੁਕਮ ਹੋਇਆ ਹੈ ਨਾ, ਮੇਰੇ RAM ਮੈਂ ਹਰ ਜਨ ਕਾਰੈ ਲਾਈਐ। ਹੇ ਸਤਿਗੁਰੂ, ਕਿਰਪਾ ਕਰਕੇ ਮਿਹਰ ਕਰਕੇ ਮੈਨੂੰ ਆਪਣੀ ਸੇਵਾ ਚ ਲਾ ਲਓ। ਬਸ ਇੰਨੀ ਅਰਦਾਸ ਹੀ ਹੈ ਨਾ, ਸ਼ਬਦੀ ਅਰਥ ਕਰਾਂਗੇ ਤਾਂ ਇੰਨੇ ਹੀ ਨੇ। ਸਤਿਗੁਰੂ ਕਿਰਪਾ ਕਰੋ, ਮੈਨੂੰ ਆਪਣੀ ਸੇਵਾ ਦੇ ਵਿੱਚ ਲਾ ਲਓ। ਹੁਣ ਸਤਿਗੁਰਾਂ ਦੀ ਸੇਵਾ ਦਾ ਮਹਾਤਮ ਕੀ ਹੈ, ਸੇਵਾ ਕਰੀਦੀ ਕਿਵੇਂ ਹੈ, ਉਹ ਸੇਵਾ ਦੇ ਵਿੱਚ ਲਾਉਂਦਾ ਕਿਹਨੂੰ ਕਿਹਨੂੰ ਹੈ, ਕਿੰਨੇ ਸਵਾਲ ਇਹਦੇ ਵਿੱਚੋਂ ਪੈਦਾ ਹੋਣਗੇ। ਸਤਿਗੁਰੂ ਦੀ ਸੇਵਾ ਇਹ ਬੜੀ ਡਾਢੀ ਹੈ, ਬੜੀ ਔਖੀ ਹੈ, ਸਧਾਰਨ ਨਹੀਂ। ਕਿਉਂਕਿ ਸੇਵਾ ਦਾ ਮਤਲਬ ਕੇਵਲ ਸਰੀਰਕ ਫਿਜ਼ੀਕਲ ਕੰਮ ਕਰਨਾ ਨਹੀਂ ਹੈ। ਗੁਰਮੁਖੋ ਮੇਰੀ ਬੇਨਤੀ ਨੂੰ ਸਮਝਿਓ ਇੱਕ ਵਾਰ ਫੇਰ। ਸੇਵਾ ਦਾ ਮਤਲਬ ਕੇਵਲ ਇੰਨਾ ਹੀ ਹੈ ਕਿ ਫਿਜ਼ੀਕਲੀ ਆਪਾਂ ਕੋਈ ਕੰਮ ਕੀਤਾ, ਗੁਰੂ ਘਰ ਆਏ, ਝਾੜੂ ਲਾਇਆ, ਇਹ ਫਿਜ਼ੀਕਲੀ ਸਰੀਰਕ ਕੰਮ ਹੈ ਨਾ। ਟੋਕਰੀ ਢੋਈ ਇੱਕ ਸਰੀਰਕ ਕਰਤੱਵ ਹੈ ਨਾ। ਫਿਰ ਆਪਾਂ ਗੁਰੂ ਘਰ ਵਿੱਚ ਆ ਕੇ ਜੋੜੇ ਝਾੜ ਲਏ ਜਾਂ ਕੋਈ ਹੋਰ ਕਾਰਜ ਕੀਤਾ, ਜੇ ਤਾਂ ਸਰੀਰ ਦੇ ਕੰਮ ਨੂੰ ਆਪਾਂ ਕਵਾਂਗੇ ਕੇਵਲ ਇਹ ਸੇਵਾ ਹੈ, ਮੈਨੂੰ ਖਿਮਾ ਕਰਨਾ, ਭੁਲੇਖੇ ਵਿੱਚ ਜੀ ਰਹੇ ਹਾਂ। ਫਿਜ਼ੀਕਲੀ ਕੀਤੇ ਕੰਮ ਨੂੰ ਸੇਵਾ ਨਹੀਂ ਜੇ ਕਿਹਾ। ਨਾਲ ਅਗਲੀ ਬੇਨਤੀ, ਜਦੋਂ ਆਪਾਂ ਕਹਿੰਦੇ ਆ ਸਿਮਰਨ ਦੀ ਦਾਤ ਦਿਓ, ਤੇ ਕੇਵਲ ਰਸਨਾ ਦੇ ਨਾਲ ਵਾਹਿਗੁਰੂ ਜਪਣਾ ਮਾੜਾ ਨਹੀਂ ਹੈ, ਚੰਗਾ ਹੈ ਤੇ ਜਪਣਾ ਜ਼ਰੂਰੀ ਹੈ, ਪਹਿਲਾਂ ਮੈਂ ਕਹਿ ਦਿਆਂ। ਪਰ ਕੇਵਲ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ ਇੰਨੀ ਗੱਲ ਹੀ ਸਿਮਰਨ ਹੈ, ਤਦ ਵੀ ਭੁਲੇਖੇ ਵਿੱਚ ਹੀ ਹੋਵਾਂਗੇ। ਸੇਵਾ ਤੇ ਸਿਮਰਨ ਇਹਨਾਂ ਦਾ ਸੰਬੰਧ ਗੁਰਮੁਖੋ ਅੰਤਰ ਆਤਮਾ ਦੇ ਨਾਲ ਜੇ, ਇਹਨਾਂ ਦਾ ਸੰਬੰਧ ਅੰਤःਕਰਨ ਦੇ ਨਾਲ ਜੇ। ਇਹ ਦੋਵੇਂ ਹੀ ਗੱਲਾਂ ਫਿਜ਼ੀਕਲੀ ਲੈਵਲ ਤੱਕ ਮਹਦੂਦ ਰਹਿ ਜਾਂਦੀਆਂ ਨੇ। ਮੈਨੂੰ ਖਿਮਾ ਕਰਨਾ ਜੀ, ਅੱਜ ਇਹ ਲੋੜ ਹੈ ਸਾਨੂੰ ਵਿਚਾਰਨ ਦੀ। ਮੇਰੇ RAM ਮੈਂ ਹਰ ਜਨ ਕਾਰੈ ਲਾਈਐ। ਸਤਿਗੁਰੂ ਮੈਨੂੰ ਆਪਣੀ ਸੇਵਾ ਚ ਲਾ ਲਓ। ਹੁਣ ਆ ਬੇਨਤੀ ਧਿਆਨ ਦੇਣ ਵਾਲੀ ਹੈ। ਸਿਮਰਨ ਕੇਵਲ ਰਸਨਾ ਦਾ ਬੋਲਣਾ ਨਹੀਂ ਹੈ, ਤੇ ਸੇਵਾ ਕੇਵਲ ਸਰੀਰ ਦੇ ਨਾਲ ਕੀਤਾ ਜਾਣ ਵਾਲਾ ਕੰਮ ਨਹੀਂ ਹੈ। ਫਿਰ ਸੇਵਾ ਕੀ ਹੈ? ਪਿਆਰੇ ਦੇ ਪਿਆਰ ਦੇ ਵਿੱਚ ਭਿੱਜ ਕੇ ਆਪਣੇ ਤਨ ਨੂੰ ਅਰਪਣ ਕਰ ਦੇਣਾ। ਸਿਮਰਨ ਕੀ ਹੈ? ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਆਪਣੇ ਮਨ ਅੰਦਰ ਹਰ ਵੇਲੇ ਉਹਦਾ ਚੇਤਾ ਕਰਨਾ। ਗੁਰਮੁਖ ਪਿਆਰਿਓ, ਮੇਰੇ ਦਾਤਾ ਜੀ ਨੇ ਕਿਰਪਾ ਕੀਤੀ ਹੈ। ਹਜੂਰ ਨੇ ਫਰਮਾਇਆ RAM ਮੋਕੋ ਹਰ ਜਨ ਕਾਰੈ ਲਾਈਐ। ਸਾਧ ਸੰਗਤ ਜੀ, ਜਦੋਂ ਆਪਾਂ ਸਿਮਰਨ ਦੀ ਬਾਤ ਕਰਾਂਗੇ ਨਾ,
ਸਿਮਰਨ ਦੀ ਪਰਿਭਾਸ਼ਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਵੀ ਉਹ ਕੋਈ ਵੀ ਜੁਗਤ ਹੋਵੇ, ਕੋਈ ਵੀ ਢੰਗ ਹੋਵੇ, ਜਿਸ ਵੀ ਤਰੀਕੇ ਦੇ ਨਾਲ ਆਪਾਂ ਨੂੰ ਵਾਹਿਗੁਰੂ ਅੰਗ ਸੰਗ ਹਾਜ਼ਰ ਨਾਜ਼ਰ ਨਜ਼ਰੀ ਆ ਜਾਏ। ਅੰਗ ਸੰਗ ਹੈ ਮੇਰੇ, ਹਾਜ਼ਰ ਨਾਜ਼ਰ ਹੈ, ਇਹਦਾ ਨਾਮ ਸਿਮਰਨ ਹੈ। ਉਹ ਰਸਨਾ ਨਾਲ ਜਪ ਕੇ ਆ ਜਾਏ, ਉਹ ਮਨ ਦੇ ਅੰਦਰ ਧਿਆ ਕੇ ਆ ਜਾਏ। ਜਿਸ ਵੀ ਤਰੀਕੇ ਨਾਲ ਆਹ ਗੱਲ ਬਣ ਜਾਏ ਵੀ ਪਰਮਾਤਮਾ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹਾਜ਼ਰ ਨਾਜ਼ਰ ਹੈ, ਜਿੱਦਣ ਇੰਨੀ ਗੱਲ ਮਨ ਅੰਦਰ ਟਿਕ ਗਈ ਨਾ, ਸਮਝ ਲਓ ਕਿ ਮੇਰੇ ਪੱਲੇ ਸਿਮਰਨ ਦੀ ਦਾਤ ਪੈ ਗਈ। ਤੇ ਸੇਵਾ ਦੀ ਦਾਤ ਇਹ ਹੈ ਖਾਲਸਾ ਜੀ, ਧੰਨ ਨੇ ਭਾਈ ਕਨ੍ਹਈਆ ਜੀ ਵਰਗੇ ਮਹਾਂਪੁਰਖ। ਅੱਜ ਵੀ ਆਪਾਂ ਐਸੀਆਂ ਬਾਤਾਂ ਰੋਜ਼ਾਨਾ ਉਹਨਾਂ ਮਹਾਂਪੁਰਖਾਂ ਦੇ ਨਾਮ ਲੈਂਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ। ਫਿਰ ਕਹਿੰਦੇ ਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਤੇ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧੰਨ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਅੰਮ੍ਰਿਤ ਬਚਨ ਸਾਨੂੰ ਬਖਸ਼ਿਆ। ਆਪਣੀਆਂ ਵਾਰਾਂ ਦੇ ਵਿੱਚ ਫਰਮਾਨ ਕੀਤਾ ਵੀ ਗੁਰੂ ਦੇ ਸਿੱਖ ਦਾ ਜੀਵਨ ਕੀ ਹੈ, ਗੁਰੂ ਦੇ ਸਿੱਖ ਦੀ ਆਤਮਿਕ ਜੀਵਨ ਮਰਜ਼ਾਦਾ ਕੀ ਹੈ। ਕਹਿੰਦੇ ਨੇ ਵੱਡੇ ਭਾਗਾਂ ਵਾਲਾ ਹੈ ਉਹ ਜੀਵ ਜਿਹੜਾ ਕਿਸੇ ਗੁਰਮੁਖ ਦੇ ਨਾਲ ਮਿਲ ਕੇ ਸਤਿਗੁਰਾਂ ਦੇ ਦਰ ਤੇ ਆ ਗਿਆ। ਕਿਸੇ ਗੁਰਮੁਖ ਰੱਬ ਦੇ ਪਿਆਰੇ ਦੇ ਨਾਲ ਮਿਲ ਕੇ ਉਹਦੀ ਸੰਗਤ ਕਰਕੇ ਸਤਿਗੁਰਾਂ ਦੇ ਦਰ ਤੇ ਆ ਗਿਆ, ਉਹ ਵੱਡੇ ਭਾਗਾਂ ਵਾਲਾ ਹੈ। ਫਿਰ ਕਹਿੰਦੇ ਨੇ ਗੁਰੂ ਘਰ ਆ ਕੇ ਕੀਤਾ ਕੀ ਹੈ, ਉਹਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਮੱਥਾ ਟੇਕਣ ਦਾ ਭਾਵ ਇਹ ਹੈ ਦਾਤਾ ਜੀ ਆ ਸਿਰ ਤੁਹਾਡੀ ਭੇਟਾ ਕਰ ਦਿੱਤਾ। ਬੰਦੀ ਛੋੜ ਦਿਵਸ ਦਾ 400 ਸਾਲਾ ਮਨਾਇਆ ਜਾ ਰਿਹਾ ਹੈ। ਪਿਛਲੇ ਦਿਨੀ ਦਰਸ਼ਨ ਐਵੀਨਿਊ ਉੱਤੇ ਦਾਸ ਇਹ ਬੇਨਤੀ ਕੀਤੀ ਸੀ, ਮੈਂ ਅੱਜ ਵੀ ਜ਼ਰੂਰ ਬੇਨਤੀ ਆਪ ਜੀ ਦੇ ਸਨਮੁਖੇ ਕਰਾਂ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦਾ ਹੀ ਇੱਕ ਬਚਨ ਹੈ, ਉਹ ਕਹਿੰਦੇ ਨੇ ਵੱਡੇ ਵੱਡੇ ਪਹਾੜ ਨੇ ਹਿਮਾਲਿਆ ਵਰਗੇ, ਧਰਤੀ ਨੂੰ ਭਾਰੇ ਨਹੀਂ ਲੱਗਦੇ। ਵੱਡੇ ਵੱਡੇ ਦਰਖਤ ਨੇ, ਧਰਤੀ ਨੂੰ ਭਾਰੇ ਨਹੀਂ ਲੱਗਦੇ। ਅਣਗਿਣਤ ਮਨੁੱਖ ਤੇ ਪਸ਼ੂ ਪੰਛੀ ਨੇ, ਧਰਤੀ ਨੂੰ ਭਾਰੇ ਨਹੀਂ ਲੱਗਦੇ। ਨਦੀਆਂ ਤੇ ਸਾਗਰ ਭਾਰੇ ਨਹੀਂ ਲੱਗਦੇ। ਧਰਤੀ ਨੂੰ ਭਾਰਾ ਕੌਣ ਲੱਗਦਾ ਹੈ? ਕਹਿਣ ਲੱਗੇ ਅਕਿਰਤ ਘਣ। ਫਰਮਾਨ ਕੀਤਾ ਨਾ ਤਿਸ ਭਾਰੇ ਤਰਵਰਾਂ। ਤਰਵਰ ਦਾ ਅਰਥ ਹੁੰਦਾ ਰੁੱਖ, ਕਿੰਨੇ ਨੇ। ਨਾ ਤਿਸ ਭਾਰੇ ਤਰਵਰਾਂ ਫਲ ਸਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰੰਦੇ, ਨਾ ਤਿਸ ਭਾਰੇ ਸਾਇਰਾਂ ਨਦਵਾ ਵਹੰਦੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। 400 ਸਾਲਾ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਬੜਾ ਅਫਸੋਸ, ਸਾਡੇ ਭਾਰਤ ਵਾਸੀਆਂ ਦੇ ਖੂਨ ਵਿੱਚ ਅਕਿਰਤ ਘਣਤਾ ਵੜ ਗਈ, ਇਸੇ ਲਈ ਅਸੀਂ ਦੁਖੀ ਹੋ ਰਹੇ ਹਾਂ। ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਅਕਿਰਤ ਘਣਤਾ, ਆਪਣੇ ਦਾਤੇ ਦੇ ਪ੍ਰਤੀ ਅਕਿਰਤ ਘਣਤਾ। ਪਹਿਲੀ ਬੇਨਤੀ ਇਹ, ਇਤਿਹਾਸ ਕਹਿੰਦਾ ਹੈ 400 ਸਾਲਾ ਬੰਦੀ ਛੋੜ ਦਿਵਸ ਕਾਹਦਾ? ਆਪਾਂ ਕਹਿੰਦੇ ਆ 52 ਰਾਜਿਆਂ ਨੂੰ ਰਿਹਾ ਕਰਵਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਨਿਕਲੇ। 52 ਰਾਜਿਆਂ ਨੂੰ ਰਿਹਾ ਕਰਵਾਇਆ। ਇਹ ਰਾਜੇ ਕਿੱਥੋਂ ਦੇ ਨੇ? ਮੌਜੂਦਾ ਸਮੇਂ ਦਾ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਇਹ ਸਾਰਾ ਪਹਾੜੀ ਰਾਜਿਆਂ ਦਾ ਇਲਾਕਾ ਹੈ। ਇੱਥੇ ਵਸਣ ਵਾਲੇ, ਰਾਜ ਕਰਨ ਵਾਲੇ ਪਹਾੜੀ ਰਾਜੇ ਉਹ ਕੈਦ ਵਿੱਚ ਸਨ ਜਹਾਂਗੀਰ ਦੇ ਰਾਜ ਵਿੱਚ। ਸਤਿਗੁਰੂ ਜੀ ਨੂੰ ਤਰਲੇ ਕੀਤੇ ਮਹਾਰਾਜ ਨੇ। ਮੈਂ ਉਸ ਇਤਿਹਾਸ ਵੱਲ ਨਾ ਜਾਵਾਂ, ਆਪ ਸਾਰੇ ਜਾਣੂ ਹੋ। ਬੰਦੀ ਛੋੜ ਦਿਵਸ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰਾਂ ਨੇ ਆਪਣਾ ਪੱਲਾ ਪਕੜਾ ਕੇ ਇਹਨਾਂ ਨੂੰ ਬਾਹਰ ਕੱਢ ਲਿਆ। ਇਹ ਆਪਾਂ ਜਾਣਦੇ ਹਾਂ ਨਾ ਸਾਰੇ। ਬੇਨਤੀ ਦਾ ਮਰਕਜ਼ ਇਹ ਹੈ, ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਵੀ ਰਾਜੇ ਦਾ ਖਾਨਦਾਨ, ਹਾਲਾਂਕਿ ਉਹ ਸਾਰੇ ਖਾਨਦਾਨ ਚੰਗੇ ਭਲੇ
ਅਮੀਰ, ਵੈਲ ਸੈਟਲਡ, ਬਹੁਤ ਬਹੁਤ ਤਗੜੇ ਘਰਾਣੇ ਸਾਰੇ ਅੱਜ ਮੌਜੂਦ ਨੇ, ਜਿਉਂਦੇ ਨੇ, ਤੇ ਉਹਨਾਂ ਦੇ ਵਿੱਚੋਂ ਇੱਕ ਵੀ ਘਰਾਣਾ ਗਵਾਲੀਅਰ ਨਹੀਂ ਪਹੁੰਚਿਆ, ਇੱਕ ਵੀ ਘਰਾਣੇ ਨੇ ਆ ਕੇ ਨਹੀਂ ਕਿਹਾ ਕਿ ਇਹ ਜੋੜ ਮੇਲਾ ਤਾਂ ਸਾਡਾ ਹੈ, ਕਿਉਂਕਿ ਸਾਡੇ ਵੱਡਿਆਂ ਵਡੇਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਇਆ ਸੀ। ਆਪ ਸਿਆਣੇ ਬੈਠੇ ਹੋ, ਜੇ ਕਿਤੇ ਕੋਈ ਆਇਆ ਹੋਵੇ ਤੇ ਦਾਸ ਨੂੰ ਵੀ ਜ਼ਰੂਰ ਦੱਸਣਾ, ਮੇਰੀ ਜਾਣਕਾਰੀ 'ਚ ਵਾਧਾ ਹੋ ਜਾਏਗਾ ਕਿ ਫਲਾਣੇ ਰਾਜ ਦਾ ਕੋਈ ਆਇਆ ਸੀ ਤੇ ਉਹਨੇ ਆ ਕੇ ਕਿਹਾ ਸੀ ਕਿ ਅਸੀਂ ਆਪਣੇ ਵੱਡਿਆਂ ਵਡੇਰਿਆਂ ਤੇ ਕੀਤੀ ਕਿਰਪਾ ਦਾ ਸ਼ੁਕਰਾਨਾ ਕਰਨ ਆਏ ਹਾਂ। ਕੋਈ ਨਹੀਂ ਆਇਆ। ਇਹ ਅਕਿਰਤ ਘਣਤਾ ਦੀ ਨਿਸ਼ਾਨੀ। ਗੁਰੂ ਨੂੰ ਕੋਈ ਘਾਟਾ ਨਹੀਂ ਪੈਂਦਾ, ਇਹ ਸਾਨੂੰ ਘਾਟਾ ਪੈਂਦਾ। ਫਿਰ ਅਗਲੀ ਗੱਲ, ਸਤਿਗੁਰਾਂ ਨੇ ਸਾਡੇ ਬੰਧਨ ਕੱਟੇ, ਸਾਨੂੰ ਵੀ ਬੰਦੀ ਤੋਂ ਮੁਕਤ ਕਰਾਇਆ, ਤੇ ਆਪਣਾ ਕੀ ਫਰਜ਼ ਹੈ? ਸਤਿਗੁਰਾਂ ਦੇ ਹੁਕਮ ਰਜਾਈ ਹੋ ਕੇ ਚੱਲਣਾ। ਜੋ ਜੋ ਗੁਰੂ ਕਹਿੰਦਾ ਹੈ ਉਹ ਕਰਨਾ। ਜਿੱਥੋਂ ਜਿੱਥੋਂ ਗੁਰੂ ਨੇ ਵਰਜਿਆ ਹੈ ਉਸ ਪਾਸੇ ਤੋਂ ਰੁਕ ਜਾਣਾ। ਮੈਨੂੰ ਖਿਮਾ ਕਰਨਾ, ਅਸੀਂ ਕਹਿੰਨੇ ਬਾਬਾ ਜੀ ਸੇਵਾ ਕਰਨੀ ਚਾਹੁੰਦੇ ਆ। ਵਿਸ਼ਾ ਅੱਜ ਦਾ ਇਹੋ ਹੀ ਹੈ ਨਾ ਵੀ ਸੇਵਾ, ਮਹਾਰਾਜ ਮੈਨੂੰ ਸੇਵਾ 'ਚ ਲਾ ਲਓ। ਅਸੀਂ ਪਤਾ ਕੀ ਕਹਿੰਦੇ ਆ, ਬਾਬਾ ਜੀ ਮੈਂ ਸੇਵਾ ਕਰਨੀ ਹੈ, ਦੱਸੋ ਮੈਂ ਤੁਹਾਡੇ ਦਰ ਦੇ ਦਰਵਾਜ਼ਿਆਂ ਨੂੰ ਚਾਂਦੀ ਚੜਾ ਦਿਆਂ, ਮੈਂ ਤੁਹਾਡੀ ਪਾਲਕੀ ਸਾਹਿਬ ਦੇ ਗੁੰਬਦ ਦੇ ਉੱਪਰ ਸੋਨਾ ਲਵਾ ਦਿਆਂ, ਮੈਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮਹਿੰਗੇ ਕੀਮਤੀ ਰਮਾਲੇ ਤੇ ਚੰਦੋਏ ਸਾਹਿਬ ਲਿਆ ਦਿਆਂ, ਬਸ ਇੱਕੋ ਹੀ ਬੇਨਤੀ ਜੇ, ਆ ਜਿਹੜਾ ਤਕਾਲਾ ਨੂੰ ਮੈਂ ਨਸ਼ਾ ਪੀਣਾ ਨਾ, ਇਹਦੇ ਤੋਂ ਮੈਨੂੰ ਨਾ ਡੱਕਿਓ ਜੇ। ਸੇਵਾ ਜਿਹੜੀ ਕਹੋ ਕਰ ਦੇਣਾ। ਪਾਤਸ਼ਾਹ ਜੀ ਜਿਹੜੀਆਂ ਮੇਰੇ ਜੀਵਨ ਦੇ ਵਿੱਚ ਕੁਰੈਤਾਂ ਨੇ ਵੜੀਆਂ ਹੋਈਆਂ ਨਾ, ਉਧਰੋਂ ਨਾ ਮੈਨੂੰ ਡੱਕਿਓ। ਪੰਡਤ ਦੇ ਕੋਲੋਂ ਮੈਂ ਜਾ ਕੇ ਮੁੰਦਰੀ ਵੀ ਪਵਾਉਣੀ ਹੈ, ਤੇ ਪਾਧੇ ਕੋਲੋਂ ਜਾ ਕੇ ਧਾਗਾ ਵੀ ਲੈਣਾ ਹੈ, ਤੇ ਕਿਸੇ ਮੌਲਵੀ ਦੇ ਕੋਲੋਂ ਵੀ ਜਾ ਕੇ ਤਵੀਤ ਟੂਣਾ ਟਮਾਣਾ। ਇਧਰੋਂ ਨਾ ਮੈਨੂੰ ਡੱਕਿਓ, ਤੇ ਸੇਵਾ ਮੈਨੂੰ ਹੁਕਮ ਲਾ ਦਿਓ, ਜਿੰਨੇ ਵਾਲੀ ਮਰਜ਼ੀ ਮੈਂ ਸਾਰੀ ਕਰ ਦਿਆਂਗਾ। ਭਾਂਡੇ ਵੀ ਮਾਂਜਾਂਗਾ, ਜੋੜੇ ਵੀ ਝਾੜਾਂਗਾ, ਪਰ ਬਸ ਇੱਕ ਕਿਰਪਾ ਕਰ ਦਿਓ ਵੀ ਜਦੋਂ ਪੁੱਤ ਧੀ ਦਾ ਵਿਆਹ ਕਰਨਾ ਹੈ ਨਾ, ਉਹ ਤੇ ਨਸ਼ੇ ਦਾ 6ਵਾਂ ਦਰਿਆ ਵਗਾਉਣ ਤੋਂ ਮੈਨੂੰ ਨਾ ਡੱਕਿਓ ਤੁਸੀਂ। ਇਹ ਕੈਸੀ ਸੇਵਾ ਹੈ ਖਾਲਸਾ ਜੀ। ਮੈਂ ਵੇਖਣਾ ਕਿ ਗੁਰੂ ਘਰਾਂ ਦੇ ਵਿੱਚ ਵਿਆਹ ਦੇ ਕਾਰਡ ਗੁਰੂ ਕਾ ਸਿੱਖ ਲਿਆ ਕੇ ਚੜਾਉਂਦਾ, ਚੰਗੀ ਗੱਲ ਹੈ। ਸ਼ਰਧਾ ਸਾਡੀ ਇਹ ਹੈ ਵੀ ਵਿਆਹ ਦਾ ਕਾਰਡ ਪਹਿਲਾ, ਮੇਰੇ ਬੱਚੇ ਦਾ ਵਿਆਹ ਹੈ, ਪਹਿਲਾ ਕਾਰਡ ਮੈਂ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖਣਾ। ਇਹ ਚੰਗੀ ਗੱਲ ਹੈ, ਵਧੀਆ ਗੱਲ ਹੈ। ਤੇ ਕਾਰਡ ਤੇ ਉੱਪਰ ਲਿਖਿਆ ਵੀ ਹੈ ਕਿਸੇ ਭਾਵਨਾ ਵਾਲੇ ਨੇ ਕਿ ਸੱਚੇ ਪਾਤਸ਼ਾਹ ਸਾਡੇ ਬੱਚੇ ਦੇ ਕਾਰਜ ਦੇ ਵਿੱਚ ਜ਼ਰੂਰ ਕਿਰਪਾ ਕਰਕੇ ਆਪ ਹਾਜ਼ਰ ਹੋਇਓ, ਸਹਾਈ ਹੋਇਓ। ਹੁਣ ਕਾਰਡ ਖੋਲਿਆ ਤੇ ਕਾਰਡ ਦੇ ਅੰਦਰ ਦੇ ਪ੍ਰੋਗਰਾਮ ਨੂੰ ਪੜ੍ਹ ਕੇ ਫਿਰ ਪਤਾ ਲੱਗ ਹੀ ਜਾਂਦਾ ਹੈ। ਆਪ ਸਿਆਣੇ ਬੈਠੇ ਹੋ, ਤੇ ਫਿਰ ਅਫਸੋਸ ਆਉਂਦਾ ਮਨ ਵਿੱਚ, ਉਹ ਭੋਲਿਆ ਸਿੱਖਾ, ਇੱਕ ਬੰਨੇ ਤੂੰ ਸਤਿਗੁਰੂ ਨੂੰ ਆਪਣੇ ਵਿਆਹ ਦੇ ਕਾਰਜ ਦੇ ਵਿੱਚ ਬੁਲਾਵਾ ਦੇ ਰਿਹਾ, ਤੇ ਦੂਜੇ ਬੰਨੇ ਉਹ ਵਿਆਹ ਦੇ ਸਮਾਗਮ ਦੇ ਵਿੱਚ ਨਸ਼ਾ ਵੀ ਰੱਜ ਕੇ ਚੱਲਣਾ ਹੈ, ਕਿੰਨਿਆਂ ਦੇ ਗਲ ਵੱਡੇ ਜਾਣੇ ਨੇ, ਔਰ ਉੱਤੇ ਲੱਚਰਵਾਦ ਵੀ, ਭੈੜੇ ਗਾਣੇ ਵੀ ਚੱਲਣੇ ਨੇ। ਥੋੜਾ ਜਿਹਾ ਨਾ ਭਾਵਨਾ ਬਣਾਓ ਤੇ ਅੰਦਾਜ਼ਾ ਲਾਓ, ਸਤਿਗੁਰਾਂ ਨੇ ਸਾਡਾ ਸੱਦਾ ਕਰ ਲਿਆ ਜੇ ਪ੍ਰਵਾਨ, ਤੇ ਹੁਣ ਸਤਿਗੁਰੂ ਜੀ ਸਾਡੇ ਬੱਚੇ ਦਾ ਵਿਆਹ ਵੇਖਣ ਗਏ ਜੇ। ਠੀਕ ਹੈ ਜੀ, ਆ ਗਏ ਨੇ। ਤੇ ਜਦੋਂ ਹਜੂਰ ਨੇ ਆ ਕੇ ਨਿਗਾਹ ਮਾਰੀ ਹੈ, ਸਟੇਜ ਦੇ ਉੱਪਰ ਗੰਦੇ ਗਾਣੇ, ਤੇ ਚੰਗਾ ਭਲਾ ਚਿੱਟੀ ਦਾੜੀ ਵਾਲਾ ਵੀ ਨਸ਼ਾ ਪੀ ਕੇ ਉੱਥੇ ਜਾ ਕੇ ਭੁੜਕੀ ਜਾਂਦਾ ਹੈ, ਤੇ ਕਿਸੇ ਕੰਮ ਵਰੀ ਕਹਿੰਦਾ ਮੇਰੇ ਵਰਗਾ ਮੇਰੀ ਡਿਸਕ 'ਚ ਪ੍ਰੋਬਲਮ ਹੈ, ਉੱਥੇ ਕੋਈ ਸੰਗ ਨਹੀਂ। ਇੱਕ ਮੈਨੂੰ ਗੱਲ ਦੱਸੋ, ਉਹ ਤੇ ਕਲਗੀਧਰ ਪਾਤਸ਼ਾਹ ਨੀਲੇ ਤੇ ਸਵਾਰ ਪਹੁੰਚ ਗਏ ਨੇ। ਹੁਣ ਇਹ ਸੋਚੋ ਵੀ ਆਪਣਾ ਹਾਲ ਕੀ ਬਣੇਗਾ। ਲਾ ਸਕਦੇ ਆ ਅੰਦਾਜ਼ਾ ਵੀ ਹੁਣ ਸਾਡਾ ਹਾਲ ਕੀ ਬਣੇਗਾ। ਮੈਨੂੰ ਬੁਲਾ ਕੇ ਜਗ੍ਹਾ ਕਿਹੜੀ ਰੱਖੀ ਹੋ ਸਿੱਖਾ ਮੇਰੇ ਬਹਿਣ ਵਾਸਤੇ, ਗੁਰੂ ਪੁੱਛੇਗਾ ਕੀ ਕਵਾਂਗੇ? ਮਹਾਰਾਜਾ ਪਹਿਲੀ ਲਾਈਨ ਦੇ ਵਿੱਚ ਬਹਿ ਜਾ। ਸਾਡਾ ਹਾਲ ਕੀ ਬਣੇਗਾ ਉੱਥੇ? ਫਿਰ ਕਵਾਂਗੇ ਮਹਾਰਾਜ ਅਸੀਂ ਸੇਵਾ ਤਾਂ ਤੁਹਾਡੇ ਘਰ ਬਹੁਤ ਕੀਤੀ ਹੈ, ਤੇ ਆਹ ਸਾਡੀ ਗਲਤੀ ਹੈ, ਸਾਡੀ ਗੁਸਤਾਖੀ ਮਾਫ ਕਰ ਦਿਓ।
मैं किन्ने सज्जणा नूं जानदा। कोई कहंदा है जी मैं अमृत छकना है हुण, ते भाई साहब जी उड़ीक काहदी करदे हो? ते ओ भाई साहब कहंदे ने काके दा विआह कर लीए। तो पुछीदा है जी भाई साहब जी काके दे विआह दा अमृत छकण दे नाल कोई लैना देना है? बंदा फिर बोलदा कुछ नहीं, अगों हस के विखा दिंदा। ते ओहदा हासा इस गल दा गवाह हुंदा है भी अजे मेरे मन अंदर बदफैलियां लुकियां ने, अजे मेरे अंदर दियां वासनावां, अजे मेरे अंदर दी मन मत, अजे मेरे अंदर दा खोटापन दूर नहीं होया। एक बार मैं रज के गुरमत दे विरोधी काम करने ने, उस तो बाद अमृत छकांगा। ते जिहड़े गुरु नूं आपां अज हाजिर नाजर जान के प्रकाश दिहाड़े दी खुशी मना रहे हैं, वो सतगुरु कहंदे ने तूं की सोची जाना? तूं कहना मुंडे दा विआह करके बदफैलियां करके अमृत छकांगा, इत्थे ते एक सुआस दा भी भरोसा नहीं। हर जपदियां खिन ढिल ना कीजई मेरी जिंदड़िए, मत के जापे साहो आवे के ना आवे राम। भाई गुरदास साहब जी ने सिख दा जीवन चितरिया, ते भाई साहब जी ने बड़ी किरपा की। गुरु दे घर आइए, मिलदा की है? कहन लगे जीवन दी असल रास पूंजी नामदान मिलता है। गुरु दे दर ते आइए, सतगुरु साडे अंदरों कुछ चीज़ां कढ़ लैंदे ने, कुछ चीज़ां पा दिंदे ने। कढ़दे की ने? काम, क्रोध, लोभ, मोह, अहंकार, ईरखा, निंदा, द्वैश। ते पा की दिंदे ने भला? सत, संतोख, दया, धर्म, धीरज, नाम, दान, इशनान। ये चीज़ां साडे अंदर पा दिंदे। भाई साहब जी कहंदे ने सिख वो नहीं जिन्हों पुछिए, हुण मेरे वर्गे नूं कोई पुछे भी तू सिख है? हाँ जी मैं सिख हाँ। तेरे सिख होने का प्रमाण बंदा बटूआ कढ़दा ते आधार कार्ड कढ़ के अगे करके कहंदा वेखो इहदे ते लिखिया होया सिख। ये प्रमाण है मेरी सिक्खी का? ये प्रमाण सरकार मन लवेगी, सरकार दे करिंदे मन लैणगे। पर जिदन सच्ची सरकार नूं कवांगे महाराज मैं तुहाडा सिख हाँ, गुरु कवेगा सबूत विखा, ते गुरु गोबिंद सिंह जी दे अगे आधार कार्ड करके कवांगे आ वेखो लिखिया, इनू गुरु गोबिंद सिंह जी ने नहीं जे मनना। वो की मनणगे? कहणगे विखा गुर सिख लै गुर सिख सदाया। मेरी सिक्खी कित्थे ही तेरे अंदर? सिक्खी है ही? हाँ महाराज मैं जोड़े झाड़े ने। पातशाह जी कहते ने जोड़े झाड़न वालिया तेनू शाबाश है, तू जोड़े झाड़े ने। पर एक गल दस, अपने मन दे अंदरों मन मत भी झाड़ी हूँ कि वह नाल ही लई फिरदा है? महाराज मैं भांडे मांजे ने। हजूर कहणगे भांडे मांजण दी तैनू शाबाश, पर मैं तेनू मुड़ मुड़ के कहंदा सा मन मांज, मन ते मांजिया ही नहीं, ते कल्ले भांडे मांजी गए। फिर भांडे मांज के तू किहड़ा भला कीता ही? भांडे मांज के शर्त ला ला के कहंदा सी बाबा जी मैनू इन्ने दिन हो गए ने तुहाडे दर ते सेवा करदिया, हुण मेरा आ फलाना काम बना दिओ। सुखमनी साहब दा पाठ करके शर्त ला के कहंदा से बाबा जी मेरे आ काम कर दिओ किरपा करके। नाले सेवा कीती ते नाले सुखना सुख लई। ਇਹਦਾ मतलब कीती सेवा का फल आपां नगदो नगदी लै लिया। ਇਹਦਾ मतलब कीती हुई बाणी पढ़ी दा ते सिमरन कीते दा फल आपां नगदो नगदी लै लिया। भाई मनी सिंह जी की साखी सुनते हैं। जदों वो अपने पिता जी दे नाल आए ने गुरु हर राय साहब जी दे दर ते, मेरे पातशाह जी दे चरनां विच बिठा के मत्था टिका के छोटे जे पुत्र नूं भाई माई दास जी कहंदे ने सतगुरु इनू चरनी ला लो। हजूर ने पूछया भाई माई दास एदा तेरे भजंगी दा नाम की है? आखण लगे सच्चे पातशाह जी मनिया। सिर पलोस के मेरे दाता जी ने फरमाया मनिया गुनिया होत जग माही। बड़ा गुणवान बनेगा। गुणवान किवें बनेगा? हुक्म लाया मनिया सेवा कर। कादी सेवा? बर्तन मांज, सरब लोह दे भांडे
ਤੇ ਰੇਤਾ ਦੇ ਨਾਲ ਮਾਂਜਣੇ, ਸਟੀਲ ਤਾਂ ਨਹੀਂ ਸੀ ਨਾ ਹੁੰਦੀ ਅੱਜ ਕੱਲ੍ਹ ਵਰਗੀ। ਉਹ ਭਾਂਡੇ ਨੂੰ ਮਾਂਜ ਰਹੇ ਨੇ ਤੇ ਕੋਲੋਂ ਸਿੱਖ ਨੇ ਆਖਿਆ, ਪੁੱਤਰ ਬਥੇਰਾ ਮਾਂਜਿਆ ਗਿਆ, ਹੁਣ ਅਗਲਾ ਬਾਟਾ ਫੜ ਲੈ। ਤੇ ਭੋਲੇ ਭਾਓ ਵੇਖੋ, ਛੋਟਾ ਜਿਹਾ ਬਾਲਕ, ਉਹ ਕਹਿੰਦਾ ਮੈਂ ਸਤਿਗੁਰਾਂ ਦੇ ਕੋਲੋਂ ਸੁਣਿਆ ਜਿੰਨਾ ਬਾਟਾ ਮਾਂਜੋਗੇ ਮਨ ਲਿਸ਼ਕੇਗਾ। ਉਹ ਕਹਿੰਦੇ ਅਜੇ ਮੈਨੂੰ ਇਹਦੇ ਚੋਂ ਮੂੰਹ ਦਿਖਣ ਨਹੀਂ ਲੱਗਾ, ਇਹਨੂੰ ਇੰਨਾ ਮਾਂਜਣਾ ਹੈ ਬਾਟੇ ਚੋਂ ਮੁੱਖ ਦਿਸਣ ਲੱਗ ਪਵੇ ਤੇ ਮਨ ਇੰਨਾ ਮਾਂਜਿਆ ਜਾਵੇ ਵੀ ਮਨ ਦੇ ਅੰਦਰੋਂ ਅਕਾਲ ਪੁਰਖ ਦੇ ਦਰਸ਼ਨ ਹੋਣ ਲੱਗ ਪੈਣ। ਸੇਵਾ ਦੇ ਦੋਵੇਂ ਪੱਖ, ਇੱਕ ਅੰਦਰੂਨੀ ਇੱਕ ਬਹਿਰੂਨੀ। ਕੇਵਲ ਬਾਹਰ ਵਾਲਾ ਲਵਾਂਗੇ, ਆ ਸਿਆਲ ਦੀ ਰੁੱਤ ਆ ਗਈ ਨਾ ਜੀ, ਤੇ ਆਮ ਤੌਰ ਤੇ ਮੂੰਗਫਲੀ ਆਪਾਂ ਚੱਬਦੇ ਆ। ਹੁਣ ਇੱਕ ਸੱਜਣ ਦੇ ਕੋਲ ਮੂੰਗਫਲੀ ਹੋਵੇ, ਉਹ ਕੱਢ ਕੇ ਗਿਰੀਆਂ ਆਪ ਖਾਈ ਜਾਵੇ ਤੇ ਛਿੱਕੜ ਦੂਜੇ ਨੂੰ ਦੇਈ ਜਾਵੇ। ਉਹ ਕਹਿੰਦਾ ਛਿੱਕੜ ਮੈਨੂੰ ਕਿਉਂ ਦੇਈ ਜਾਣਾ ਹੈ, ਜੇ ਦੇਣਾ ਹੈ ਤੇ ਗਿਰੀ ਦੇ, ਨਹੀਂ ਤੇ ਰਹਿਣ ਦੇ, ਛਿੱਕੜ ਕਿਉਂ ਦਿੰਦਾ ਹੈ। ਵਾਹਿਗੁਰੂ ਕਿਰਪਾ ਕਰੇ, ਆਪਾਂ ਕੋਈ ਸਾਨੂੰ ਛਿੱਕੜ ਦੇਵੇ ਆਪਾਂ ਨਹੀਂ ਲਵਾਂਗੇ ਨਾ ਜੀ, ਬਿਲਕੁਲ ਨਹੀਂ ਲਵਾਂਗੇ। ਖਿਮਾ ਕਰਨਾ, ਅਧਿਆਤਮ ਦੀ ਦੁਨੀਆ ਦੇ ਵਿੱਚ ਗਿਰੀ ਕਦੇ ਖਾ ਕੇ ਨਹੀਂ ਵੇਖੀ, ਸਾਰੀ ਉਮਰ ਛਿੱਕੜ ਹੀ ਖਾਈ ਗਏ ਆ। ਕੋਈ ਪੂਰਾ ਭਾਂਡਾ ਮਿਲ ਜਾਵੇ ਜਿਹਨੂੰ ਕਹਿ ਲਈਏ ਵੀ ਇਹ ਗੁਰਬਾਣੀ ਵਾਲਾ ਸੰਤ ਹੈ, ਇਹ ਗੁਰਬਾਣੀ ਵਾਲਾ ਗੁਰਮੁਖ ਹੈ, ਬ੍ਰਹਮ ਗਿਆਨੀ ਹੈ, ਸੱਚਿਆਰ ਹੈ, ਤੇ ਉਹਦੇ ਕੋਲ ਜਾਵਾਂਗੇ, ਉਹਨੂੰ ਜਾ ਕੇ ਕੀ ਕਹਿੰਦੇ ਆ ਭਲਾ। ਮੰਨ ਲਓ ਕਿ ਕੋਈ ਪੂਰਾ ਸੰਤ ਬ੍ਰਹਮ ਗਿਆਨੀ ਲੱਭ ਗਿਆ ਆਪਾਂ ਨੂੰ, ਉਹ ਬੈਠਾ ਜੇ, ਚਲੇ ਗਏ ਉਹਦੇ ਕੋਲ ਤੇ ਜਾ ਕੇ ਕਵਾਂਗੇ ਬਾਬਾ ਜੀ ਤੁਸੀਂ ਬੜੀ ਕਰਨੀ ਵਾਲੇ ਮਹਾਂਪੁਰਖ ਹੋ, ਕਰੋ ਕਿਰਪਾ ਸਾਡੇ ਕਾਕੇ ਦੇ 6 ਬੈਂਡ ਆ ਜਾਣ ਆਈਲੈਟਸ ਦੇ ਵਿੱਚੋਂ। ਇਹੀ ਕਹਿੰਦੇ ਆ ਨਾ, ਕਿ ਇਹ ਸੱਚ ਨਹੀਂ। ਹਰ ਸੰਤ ਮਹਾਤਮਾ ਦੇ ਕੋਲ ਜਾ ਕੇ ਇਹੋ ਹੀ ਕਹਿੰਦੇ ਆ। ਜਾਂ ਕਵਾਂਗੇ ਦੁਕਾਨ ਚੱਲ ਪਵੇ, ਜਾਂ ਕਵਾਂਗੇ ਜੀ ਕਾਰੋਬਾਰ ਚੱਲ ਪਵੇ, ਨੌਕਰੀ ਮਿਲ ਜਾਵੇ, ਤੰਦਰੁਸਤੀ ਮਿਲ ਜਾਵੇ। ਕਦੇ ਕਿਹਾ ਕਿ ਬਾਬਾ ਜੀ ਉਹ ਰੱਬ ਦੇ ਆ ਪਿਆਰਿਆ, ਉਹ ਗੁਰੂ ਨਾਲ ਜੁੜਿਆ ਹੋਇਆ, ਮੇਰੇ ਸਿਰ ਤੇ ਹੱਥ ਰੱਖ, ਮੇਰਾ ਵੀ ਨਿਤਨੇਮ ਪੱਕਾ ਹੋ ਜਾਏ। ਕਦੋਂ ਕਹਿੰਦੇ ਆ? ਕਦੇ ਕਹਿੰਦੇ ਆ ਕਿ ਮੇਰਾ ਮਨ ਸੇਵਾ ਦੇ ਵਿੱਚ ਲੱਗ ਜਾਏ। ਮੇਰੀਓ ਭੈਣੋ, ਮੇਰੀਓ ਮਾਤਾਓ, ਗੁੱਸਾ ਨਾ ਕਰਿਓ, ਮਨ ਨੂੰ ਟਟੋਲੀਏ। ਗਰਮੀ ਦੀ ਰੁੱਤ ਹੋਵੇ, ਲੋਹ ਤੇ ਬਹਿ ਕੇ ਪ੍ਰਸ਼ਾਦਿਆਂ ਦੀ ਸੇਵਾ ਕਰਨ ਵਾਲੀਆਂ ਮਾਵਾਂ ਧਨ ਨੇ। ਗਰਮੀ ਦੀ ਰੁੱਤ ਹੈ, ਮੈਂ ਵੇਖਿਆ ਕਈ ਘੰਟੇ ਲੋਹ ਤੇ ਬਹਿ ਕੇ ਸੇਵਾ, ਧਨ ਹੋ ਤੁਸੀਂ। ਪਰ ਕੋਈ ਐਸੀ ਵੀ ਹੁੰਦੀ ਹੈ, ਮੇਰੇ ਵਰਗਾ ਖੋਟਾ ਮਨ ਕਿਸੇ ਦਾ ਨਾ ਹੋਵੇ, ਗੁਰੂ ਬਖਸ਼ ਲਵੇ, ਬੈਠੇ ਤਪੱਸਿਆ ਤਾਂ ਕਰਦੇ ਪਏ ਆ, ਪਰ ਮਨ ਕਦੇ ਚੁਗਲੀਆਂ ਵੱਲ ਹੋ ਜਾਂਦਾ, ਕਦੇ ਇਹਦੀ ਚੁਗਲੀ ਕਦੇ ਉਹਦੀ ਚੁਗਲੀ, ਤੇ ਫਿਰ ਖਿਆਲ ਆਉਂਦਾ ਵੀ ਇਸ ਸੇਵਾ ਦੇ ਵਿੱਚੋਂ ਸਾਰਾ ਕੁਝ ਇੱਥੇ ਹੀ ਛੱਡ ਚੱਲਿਆ, ਘਰ ਨੂੰ ਕੀ ਲੈ ਕੇ ਜਾਵਾਂਗੇ। 2:30 ਵਜੇ ਉੱਠ ਕੇ ਸੇਵਾ ਕਰਨ ਵਾਲਿਆਂ ਤੇ ਚਰਨਾਂ ਤੇ ਬੰਦਨਾ। ਪਰ ਗੁਰਮੁਖੋ ਸੇਵਾ ਦੇ ਵਿੱਚ ਲੱਗੇ ਤੇ ਮੈਂ ਵੇਖਿਆ 2:30 ਵਜੇ ਉੱਠ ਕੇ ਸੇਵਾ ਕਰਨ ਵਾਲਾ ਵੀ ਇੱਕ ਦੂਜੇ ਦੇ ਨਾਲ ਈਰਖਾ ਕਰੀ ਜਾਂਦਾ। ਇਹਦਾ ਮਤਲਬ ਲੈ ਕੇ ਕੁਛ ਨਹੀਂ ਚੱਲੇ, ਸਾਰੀ ਕਮਾਈ ਉੱਥੇ ਹੀ ਛੱਡ ਕੇ ਘਰ ਨੂੰ ਚਲੇ। ਹੁਣ ਸੋਚਣ ਵਾਲੀ ਗੱਲ, ਬੰਦਾ ਕਮਾਈ ਕਰੇ ਤੇ ਦਿਹਾੜੀ ਲਾ ਕੇ ਕੰਮ ਕਰਕੇ ਘਰ ਨੂੰ ਆਵੇ, ਰਾਹ ਵਿੱਚ ਪੈ ਜਾਣ ਚੋਰ, ਉਹ ਕਹਿਣ ਜੋ ਕੁਝ ਹੈਗਾ ਕੱਢ ਦੇ, ਤੇ ਆਪਾਂ ਕੱਢ ਕੇ ਦੇ ਹੀ ਦੇਵਾਂਗੇ ਨਾ, ਵੀ ਕੀ ਪਤਾ ਇਹਨਾਂ ਦੇ ਕੋਲ ਕੋਈ ਹਥਿਆਰ ਹੋਵੇ ਮੈਨੂੰ ਮਾਰ ਨਾ ਦੇਣ, ਦੇ ਦਿਆਂਗੇ ਇੱਕ ਦਿਨ। ਪਰ ਜੇ ਰੋਜ਼ ਹੀ ਇਦਾਂ ਹੋਵੇ, ਮੈਂ ਦਿਹਾੜੀ ਲਾਉਣ ਜਾਵਾਂ, ਕੰਮ ਤੇ ਜਾਵਾਂ, ਜਦੋਂ ਵਾਪਸ ਆਵਾਂ ਜਿੰਨੀ ਮਾਇਆ ਮੇਰੇ ਕੋਲ ਹੋਵੇ ਸਾਰੀ ਚੋਰ ਖੋਹ ਲੈਣ। ਇੱਕ ਦਿਨ ਚੱਲ ਜਾਏਗਾ, 2 ਦਿਨ ਚੱਲ ਜਾਏਗਾ, 3 ਦਿਨ ਵੀ ਹੋ ਸਕਦਾ ਚੱਲ ਜਾਏ। ਉਸ ਤੋਂ ਬਾਅਦ ਬੰਦਾ ਕਹਿੰਦਾ ਹੈ ਮੈਂ ਰਾਹ ਬਦਲ ਲਵਾਂ, ਕੋਈ ਪ੍ਰਬੰਧ ਕਰ ਲਵਾਂ। ਨਿਤ ਚੋਰ ਮੈਨੂੰ ਆ ਕੇ ਲੁੱਟ ਲੈਂਦੇ ਨੇ, ਰੋਜ਼ ਤੇ ਨਹੀਂ ਨਾ ਲੁੱਟਿਆ ਜਾ ਸਕਦਾ ਕੋਈ। ਆਪਣੇ ਅੰਦਰ ਝਾਤੀ ਮਾਰੀਏ, ਰੋਜ਼ ਨਿਤਨੇਮ ਕਰਨ ਰੂਪੀ ਕਮਾਈ ਕਰਦੇ ਆਂ, ਰਹਿਰਾਸ ਸਾਹਿਬ ਦਾ ਪਾਠ ਕਰਦੇ ਆਂ, ਕਮਾਈ ਕਰਦੇ ਆਂ, ਸੇਵਾ ਕਰਦੇ ਆਂ, ਕਮਾਈ ਕਰਦੇ ਆਂ। ਤੇ ਉਸ ਤੋਂ ਬਾਅਦ ਕੀ ਹੁੰਦਾ ਭਲਾ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਡਾਕੂ ਆਉਂਦੇ ਨੇ,
ਉਹ ਕੱਲੀ ਕੱਲੀ ਕੌਡੀ ਸਾਡੀ ਲੁੱਟ ਕੇ ਲੈ ਜਾਂਦੇ ਨੇ ਸੇਵਾ ਦੀ, ਸਿਮਰਨ ਦੀ। ਤੇ ਆਪਾਂ ਅਗਲੇ ਦਿਨ ਫੇਰ ਇਸੇ ਗੱਲ ਨੂੰ ਦੁਹਰਾਈ ਜਾਂਦੇ ਆ। ਦੁਹਰਾਉਂਦਿਆਂ ਦੁਹਰਾਉਂਦਿਆਂ ਸਾਲ ਲੰਘ ਗਏ, ਦਹਾਕੇ ਲੰਘ ਗਏ, ਉਮਰ ਲੰਘ ਗਈ। ਬੰਦਾ ਰੋਜ਼ ਕਮਾਈ ਕਰਦਾ ਤੇ ਰੋਜ਼ ਲੁੱਟਿਆ ਜਾਂਦਾ। ਕਦੇ ਤਰਲਾ ਹੀ ਨਹੀਂ ਗੁਰੂ ਅੱਗੇ ਆ ਕੇ ਲੈਂਦਾ, ਦਾਤਾ ਮੈਨੂੰ ਇਹਨਾਂ ਡਾਕੂਆਂ ਕੋਲੋਂ ਬਚਾ। ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਬੈਠੇ ਆ। ਆਓ ਆਪਾਂ ਅੱਜ ਬੇਨਤੀ ਕਰੀਏ, ਸਤਿਗੁਰੂ ਸਾਨੂੰ ਸੇਵਾ 'ਚ ਲਾਓ ਤੇ ਸੇਵਾ ਵਿੱਚ ਲਾ ਕੇ ਇਹ ਵੀ ਕਿਰਪਾ ਕਰੋ ਜਿਹੜੀ ਸੇਵਾ ਕਰਕੇ ਕਮਾਈ ਕਰਦੇ ਆ ਨਾ, ਦਾਤਾ ਜੀ ਇਹਨੂੰ ਲੁੱਟੇ ਜਾਣ ਤੋਂ ਵੀ ਬਚਾ ਲਓ। ਇਹ ਕਿਤੇ ਲੁੱਟੀ ਨਾ ਜਾਂਦੀ ਹੋਵੇ। ਸੇਵਾ ਕਰੀਏ ਉਹ ਲੁੱਟੀ ਜਾਵੇ, ਐਸਾ ਨਾ ਵਾਪਰੇ। ਸਾਰੀ ਸੰਗਤ ਆਪਣੀ ਪੱਤ ਬਚਾਉਣ ਲਈ ਗੁਰੂ ਅੱਗੇ ਬੇਨਤੀ ਕਰੀਏ, ਕੋਈ ਰਸਨਾ ਵਾਂਝੀ ਨਾ ਰਹਿ। ਰਾਖ ਲਿਓ ਪਤ ਮੇਰੀ ਹਰ ਜੂ ਰਾਖ ਲਿਓ, ਰਾਖ ਲਿਓ ਹਰ ਜੂ, ਰਾਖ ਲਿਓ ਪਤ ਮੇਰੀ ਹਰ ਜੂ ਰਾਖ ਲਿਓ, ਰਾਖ ਲਿਓ। ਜਮ ਕੋ ਤਰਾਸ ਭਇਓ ਔਰ ਅੰਤਰ, ਜਮ ਕੋ ਤਰਾਸ ਭਇਓ ਔਰ ਅੰਤਰ, ਜਮ ਕੋ, ਜਮ ਕੋ ਸਰਣ ਗਹੀ ਕਿਰਪਾ ਨਿਧ ਤੇਰੀ, ਸਰਣ ਗਹੀ ਕਿਰਪਾ ਨਿਧ ਤੇਰੀ, ਸਰਣ ਗਹੀ, ਸਰਣ ਗਹੀ। ਰਾਖ ਲਿਓ ਪਤ ਮੇਰੀ ਹਰ ਜੂ ਰਾਖ ਲਿਓ, ਰਾਖ ਲਿਓ ਪਤ ਮੇਰੀ ਹਰ ਜੂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਦਰ ਤੇ ਬੈਠੇ ਆ। ਮਹਾਰਾਜ ਤੁਸਾਂ ਕਿਰਪਾ ਕੀਤੀ ਹੈ, ਆਪਣਿਆਂ ਗੁਰਸਿੱਖਾਂ ਨੂੰ ਤੁਸੀਂ ਸੇਵਾ ਦਿੱਤੀ ਹੈ, ਆਪਣਿਆਂ ਗੁਰਸਿੱਖਾਂ ਨੂੰ ਤੁਸਾਂ ਸਿਮਰਨ ਦਿੱਤਾ ਹੈ, ਆਪਣਿਆਂ ਪਿਆਰਿਆਂ ਨੂੰ ਆਪਣੇ ਚਰਨਾਂ ਦੀ ਸਤ ਸੰਗਤ ਦਿੱਤੀ ਹੈ। ਪਰ ਪਾਤਸ਼ਾਹ ਇੱਥੇ ਬੈਠੇ ਆ, ਅਸੀਂ ਬਾਣੀ ਵੀ ਪੜ੍ਹ ਰਹੇ ਆ, ਸੁਣ ਵੀ ਰਹੇ ਆ, ਮੇਰੇ ਦਾਤਾ ਜੀ ਕੀਰਤਨ ਵੀ ਸੁਣਿਆ ਹੈ। ਪਰ ਹਜੂਰ ਜਦੋਂ ਆ ਦਰਵਾਜ਼ਾ ਲੰਘ ਕੇ ਅਸੀਂ ਬਾਹਰ ਜਾਣਾ ਨਾ, ਤੇ ਉਹ ਜਿੱਥੇ ਜੋੜੇ ਨੇ ਉੱਥੋਂ ਹੀ ਡਾਕੂਆਂ ਨੇ ਸਾਨੂੰ ਲੁੱਟਣਾ ਸ਼ੁਰੂ ਕਰ ਦੇਣਾ, ਉੱਥੋਂ ਹੀ ਸ਼ੁਰੂ ਕਰ ਦੇਣਾ ਹੈ। ਕੋਈ ਵਿਰਲਾ ਹੋਵੇਗਾ, ਸੂਰਮਾ ਹੋਵੇਗਾ ਕੋਈ ਵਿਰਲਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਕੋਈ ਵਿਰਲਾ ਸੂਰਮਾ ਹੋਏਗਾ ਜਿਹੜਾ ਇੱਥੋਂ ਕੀਤੀ ਹੋਈ ਕਮਾਈ ਆਪਣੇ ਘਰ ਦੇ ਦਰਵਾਜ਼ਿਆਂ ਦੇ ਅੰਦਰ ਤੱਕ ਲੈ ਕੇ ਜਾਏ, ਕੋਈ ਵਿਰਲਾ ਨਹੀਂ। ਤੇ ਮੇਰੇ ਸਣੇ ਜ਼ਿਆਦਾਤਰ ਆਪਾਂ ਸਾਰੀ ਕਮਾਈ ਰਾਹ ਵਿੱਚ ਖਵਾ ਕੇ ਜਾਣੀ ਹੈ। ਮੰਨ ਲਓ ਕਿ ਮੈਨੂੰ ਕੋਈ ਕਵੇ ਵੀ ਸੱਜਣਾ ਅੱਜ ਘਰ ਜਾਂਦਿਆਂ ਧਿਆਨ ਨਾ ਜਾਈ, ਰਾਹ ਵਿੱਚ ਚੋਰਾਂ ਨੇ ਤੇਰਾ ਬਟੂਆ ਖੋਣਾ ਹੀ, ਤੇ ਮੇਰਾ ਮਨ ਕਿੰਨਾ ਘਬਰਾਏਗਾ ਜੀ, ਬੜਾ ਘਬਰਾਏਗਾ। ਕੋਸ਼ਿਸ਼ ਕਰਾਂਗਾ ਰਾਹ ਬਦਲ ਲਵਾਂ, ਕੋਸ਼ਿਸ਼ ਕਰਾਂਗਾ ਵਲ ਪਾ ਕੇ ਚਲਾ ਜਾਵਾਂ। ਪਰ ਮੈਨੂੰ ਪਤਾ ਹੈ ਮੇਰੀ ਆਤਮਿਕ ਕਮਾਈ ਇਹਨਾਂ ਚੋਰਾਂ ਨੇ ਲੁੱਟਣੀ ਹੈ, ਇਹਦੇ ਬਾਵਜੂਦ ਵੀ ਮੈਂ ਕਹਿੰਦਾ ਲੁੱਟ ਲੈਣ ਤਾਂ ਲੁੱਟ ਲੈਣ, ਹੁਣ ਮੈਂ ਕੀ ਕਰਾਂ। ਤੇ ਫਿਰ ਬਾਬਾ ਜੀ ਕਰੀਏ ਕੀ? ਕਹਿਣ ਲੱਗੇ ਜਿਹ ਪੈਂਡੇ ਲੂਟੀ ਪਨੇਹਾਰੀ, ਜਿਹੜੇ ਰਸਤੇ ਤੋਂ ਦੁਨੀਆ ਲੁੱਟੀ ਜਾਂਦੀ ਹੈ। ਜਿਹ ਪੈਂਡੇ ਲੂਟੀ ਪਨੇਹਾਰੀ, ਸੰਤਨ ਤਾਂ ਤੇ ਭਇਓ ਦੁਰਾਰੀ। ਸੰਤਾਂ ਨੇ ਰਾਹ ਬਦਲ ਲਿਆ, ਰਾਹ ਹੀ ਬਦਲ ਲਿਆ। ਉਹ ਰਸਤਾ ਕਿਹੜਾ ਸੀ? ਚੁਗਲੀ ਦਾ, ਨਿੰਦਾ ਦਾ, ਦੁਨੀਆਦਾਰੀ ਦੀ, ਈਰਖਾ ਦਾ, ਸੰਸਾਰ ਦੀਆਂ ਮਾਇਆ ਮੋਹ ਦੀਆਂ ਤੰਦਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਦਾ ਭਾਣਾ ਮੰਨਣ ਦਾ ਪੱਲਾ ਫੜ ਲਿਆ, ਗੁਰੂ ਕੀ ਬਾਣੀ ਦਾ ਪੱਲਾ, ਗੁਰੂ ਕੀ ਮਰਜ਼ਾਦਾ ਦਾ ਪੱਲਾ ਫੜ ਲਿਆ। ਤੇ ਜਿਹੜੇ ਇਸ ਮਾਰਗ ਤੁਰ ਪਏ ਨਾ ਸਤ ਸੰਗਤ ਦੇ ਮਾਰਗ ਤੇ, ਉਹਨਾਂ ਲਈ ਫਿਰ ਭਾਈ ਗੁਰਦਾਸ ਜੀ ਨੇ ਆਖਿਆ ਗੁਰਮੁਖ ਜਨਮ ਸਕਾਰ ਥਾ, ਗੁਰ ਸਿੱਖ ਮਿਲ ਗੁਰ ਸਰਣੀ ਆਇਆ। ਆਦ ਪੁਰਖ ਆਦੇਸ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਪਰ ਦਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ। ਸੱਚ ਰਾਸ ਰਹਿ ਰਾਸ ਦੇ, ਪੈਰੀ ਪੈ ਗੁਰ ਪੈਰੀ ਪਾਇਆ। ਕਾਮ ਕਰੋਧ ਵਿਰੋਧ ਹਰ,
ਇਹ ਚੀਜ਼ਾਂ ਦੂਰ ਕਰ ਦਿੱਤੀਆਂ ਗੁਰੂ ਨੇ। ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਜੇਹਾ ਬੀਓ ਤੇਹਾ ਫਲ ਪਾਇਆ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ। ਗੁਰੂ ਕੀ ਸਿੱਖੀ ਲੈ ਕੇ ਸਿੱਖ ਸਦਵਾਈ ਦਾ। ਆਪਣੇ ਕਹਿਣ ਨਾਲ ਸਿੱਖ ਨਹੀਂ ਬਣਿਆ ਜਾਣਾ। ਸਿੱਖ ਉਦਣ ਪ੍ਰਵਾਨ ਹੋਵੇਗਾ ਜਿੱਦਣ ਗੁਰੂ ਮੰਨ ਲਵੇਗਾ ਵੀ ਹਾਂ ਇਹ ਮੇਰਾ ਹੀ ਸਿੱਖ ਹੈ। ਕਿਸੇ ਨੇ ਆਇਡੈਂਟੀ ਕਾਰਡ ਬਣਾਇਆ ਹੋਵੇ, ਆਪ ਹੀ ਉਹਦੇ ਤੇ ਆਪਣੀ ਫੋਟੋ ਲਾ ਲੈ, ਆਪ ਹੀ ਆਪਣੇ ਸਾਈਨ ਕਰ ਲੈ, ਤੇ ਜਾ ਕੇ ਕਿਸੇ ਨੂੰ ਵਿਖਾ ਕੇ ਕਵੇ ਆ ਵੇਖੋ ਸਾਂ ਮੈਂ ਤੇ ਫਲਾਨੀ ਜਗ੍ਹਾ ਤੇ ਡਿਊਟੀ ਕਰਦਾ, ਉਹ ਕਹਿੰਦੇ ਨੇ ਤੇਰੇ ਸਾਈਨ ਤੇਰੀ ਫੋਟੋ, ਤੂੰ ਤੇ ਆਪੇ ਹੀ ਕਹੀ ਜਾਂਦਾ, ਕਿਵੇਂ ਮੰਨ ਲਈਏ? ਤੇ ਕਿਵੇਂ ਮੰਨੋਗੇ? ਕਹਿੰਦੇ ਉਸ ਕੰਪਨੀ ਦੀ ਮੋਹਰ, ਉਹਦੇ ਮਾਲਕ ਦੇ ਸਾਈਨ ਚਾਹੀਦੇ ਨੇ। ਸਿੱਖੀ ਦੇ ਪ੍ਰਮਾਣ ਪੱਤਰ ਤੇ ਮੋਹਰ ਕਲਗੀਧਰ ਜੀ ਦੀ ਲੋੜ ਹੈ। ਸਾਈਨ ਕਲਗੀਧਰ ਜੀ ਦੇ ਚਾਹੀਦੇ ਨੇ। ਜਿੰਨਾ ਚਿਰ ਸਤਿਗੁਰੂ ਨਾ ਦਸਤਖਤ ਪਾਉਣਗੇ ਉਹਨਾਂ ਚਿਰ ਕੌਣ ਮੰਨੇਗਾ ਵੀ ਤੂੰ ਸਿੱਖ ਹੈ। ਬਾਹਰੋਂ ਬਾਹਰੋਂ ਦਾਵਾ ਕਰਨਾ ਬੜਾ ਆਸਾਨ ਹੈ, ਪਰ ਜਦੋਂ ਗੁਰੂ ਦੇ ਸਾਹਮਣੇ ਹੁੰਨੇ ਆ ਨਾ, ਪਤਾ ਆਪਾਂ ਸਾਰਿਆਂ ਨੂੰ ਵੀ ਹਾਲ ਕੀ ਆ ਸਾਡਾ। ਗੁਰਮੁਖੋ ਆ ਪਿੱਛੇ ਜਾਏ ਬੜੀਆਂ ਗੱਲਾਂ ਆਪਾਂ ਮਾਣ ਨਾਲ ਕਰਦੇ ਆਂ ਕਿ ਵੇਖੋ ਜੀ ਜਿਹੜੇ ਅਫਗਾਨਾਂ ਨੂੰ ਰਸ਼ੀਆ ਨਹੀਂ ਜਿੱਤ ਸਕਿਆ, ਜਿਨ੍ਹਾਂ ਨੂੰ ਅਮਰੀਕਾ ਨਹੀਂ ਜਿੱਤ ਸਕਿਆ, ਇੰਗਲੈਂਡ ਨਹੀਂ ਜਿੱਤ ਸਕਿਆ, ਅਸਾਂ ਉਹਨਾਂ ਨੂੰ ਹਰਾਇਆ, ਅਸਾਂ ਉਹਨਾਂ ਨੂੰ ਜਿੱਤਿਆ। ਗੁਰਮੁਖੋ ਮਨ 'ਚ ਖਿਆਲ ਆਇਆ ਵੀ ਅੱਜ ਜਦੋਂ ਸਾਡੇ ਘਰ ਵਿੱਚ ਵਿਆਹ ਹੋਵੇ ਨਾ ਕਿਸੇ ਕਾਕੇ ਦਾ, ਤੇ ਜਦੋਂ ਕਾਕੇ ਨੂੰ ਸਿਹਰਾ ਬੱਦੀ ਹੋਣ ਲੱਗਦੀ ਆ ਨਾ, ਉਦੋਂ ਕਿ ਚੇਤਾ ਆਉਂਦਾ ਵੀ ਕਿਰਪਾਨ ਨਹੀਂ ਸੀ ਚਾਹੀਦੀ ਨਾਲ। ਉਹ ਕਹਿੰਦੇ ਹਾਂ ਫਲਾਣੇ ਦੇ ਘਰੋਂ ਮੰਗ ਲਿਆਓ। ਸਾਰੇ ਪਿੰਡ 'ਚ ਇੱਕ ਘਰ ਕਿਰਪਾਨ ਹੁੰਦੀ, ਜਿਹਦਾ ਵਿਆਹ ਹੁੰਦਾ ਉਹਦੇ ਘਰੋਂ ਮੰਗਣ ਚਲ ਜਾਂਦੇ ਸਾਰੇ। ਉਹ ਤੋਂ ਵੀ ਅੱਗੇ ਵੱਧ ਗਿਆ ਇਹ ਕੰਮ। ਸ਼ਹਿਰਾਂ ਵਿੱਚ ਆ ਬੈਠੇ ਹੋ, ਉਹ ਜਦੋਂ ਜਾਂਦੇ ਨਾ ਜਾਗੋ ਵਾਲਾ ਗੜਵਾ ਜਿਹਾ ਲੈਣ ਦੁਕਾਨ ਵਾਲੇ ਕੋਲੋਂ ਕਿਰਾਏ ਤੇ, ਉਹ ਕਹਿੰਦਾ ਕਿਰਪਾਨ ਵੀ ਸਾਡੇ ਕੋਲ ਨਾਲ ਦੀ ਹੁੰਦੀ ਆ ਮੈਚਿੰਗ, ਇਹ ਵੀ ਕਿਰਾਏ ਤੇ ਲੈ ਜਾਓ। ਆਹ ਤੇ ਮੌਜ ਬਣ ਗਈ। ਉਹ ਕਿਰਾਏ ਦੀ ਕਿਰਪਾਨ ਕਾਕੇ ਨੇ ਹੱਥ 'ਚ ਫੜੀ ਹੁੰਦੀ ਹੈ ਤੇ ਅਰਦਾਸ ਹੋ ਰਹੀ ਹੈ ਤੇ ਦੋਹਰਾ ਪੜ ਰਹੇ ਆ, ਰਾਜ ਕਰੇਗਾ। ਕਿਰਪਾਨ ਕਿਰਾਏ ਦੀ ਤੇ ਰਾਜ ਕਰੇਗਾ। ਕਿੱਥੇ ਡਿੱਗ ਪਏ? ਆਤਮਾ ਕਰਕੇ ਡਿੱਗ ਪਏ, ਸਰੀਰ ਕਰਕੇ ਵੀ ਡਿੱਗ ਪਏ, ਚਰਿੱਤਰ ਕਰਕੇ ਵੀ ਡਿੱਗ ਪਏ। ਗੁਰਮੁਖੋ ਚਾਰ ਚਫੇਰਿਓਂ ਮਾਰ ਪੈ ਰਹੀ ਹੈ ਤੇ ਆਤਮਕ ਸੋਕਾ ਪਿਆ ਹੋਇਆ। ਆਤਮਕ ਸੋਕਾ, ਜਦੋਂ ਆਤਮਕ ਸੋਕਾ ਹੋਵੇਗਾ, ਭਾਵੇਂ ਕਿੰਨੇ ਤਾਕਤਵਰ ਹੋਈਏ, ਕਿੰਨੇ ਧਨਵਾਨ ਹੋਈਏ, ਕਿੰਨੇ ਸੁਪੀਰੀਅਰ ਹੋਈਏ, ਵਿਦਵਾਨ ਹੋਈਏ, ਕਿਸੇ ਮੁਹਾਜ ਤੇ ਜਿੱਤ ਹਾਸਲ ਨਹੀਂ ਹੋਣੀ। ਤੇ ਜਿੱਦਣ ਆਤਮਕ ਤੌਰ ਤੇ ਬਲਵਾਨ ਹੋ ਗਏ, ਉਦਣ ਭਾਵੇਂ ਹੱਡੀਆਂ ਦੀ ਮੋਠੀ ਕਿਉਂ ਨਾ ਹੋਵੇ, ਉਹ ਵੀ 1.25 ਲੱਖ ਦੇ ਨਾਲ ਟਕਰਾ ਜਾਂਦਾ। ਆਤਮਾ ਦਾ ਜ਼ੋਰ ਤਗੜਾ ਹੁੰਦਾ ਹੈ, ਸਰੀਰਾਂ ਦੇ ਬਲ ਕੁਛ ਨਹੀਂ ਹੁੰਦੇ। ਇਸ ਲਈ ਆਤਮਾ ਦੇ ਬਲ ਤੇ ਪਹਿਲਾਂ ਜ਼ੋਰ ਦੇਣਾ ਤੇ ਫਿਰ ਸਰੀਰ ਦੇ ਬਲ ਵੱਲ ਵੀ, ਬਾਹਰ ਵੱਲ ਵੀ ਆਉਣਾ। ਜਿਵੇਂ ਹੁਣੇ ਗਿਆਨੀ ਜੀ ਆਪਾਂ ਨੂੰ, ਗਿਆਨੀ ਅਮਰ ਸਿੰਘ ਜੀ ਦੱਸ ਕੇ ਗਏ ਜੋ ਕੁਝ ਬਚਨ ਕਰ ਰਹੇ ਵੀ ਆਪਾਂ ਛੋਟੇ ਬੱਚੇ ਤੋਂ ਜ਼ੋਰ ਲਾਉਨੇ ਆ ਨਾ ਵੀ ਇਹ ਤਗੜਾ ਹੋ ਜਾਏ। ਆਹ ਬੇਨਤੀ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਆ ਪ੍ਰੈਕਟੀਕਲ ਹੈ। ਕੋਈ ਸੱਜਣ ਵਿੱਚੋਂ ਉੱਠ ਕੇ ਕਵੇ ਭਾਈ ਸਾਹਿਬ ਲਾਮੇ ਬੜੇ ਦੇਈ ਜਾਂਦੇ ਹੋ, ਗੱਲਾਂ ਬੜੀਆਂ ਕਰੀ ਜਾਂਦੇ ਹੋ, ਕੁਝ ਪ੍ਰੈਕਟੀਕਲ ਅਨਪ੍ਰੈਕਟੀਕਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਲੱਗਾ ਕਰਨ। ਆਪ ਯਤਨ ਕਰਿਓ। ਛੋਟਾ ਜਿਹਾ ਪ੍ਰੈਕਟੀਕਲ ਹੈ। ਜੇ ਆਪਣੇ ਘਰ ਵਿੱਚ ਇਹ ਕਾਮਯਾਬ ਹੋ ਗਿਆ ਨਾ, ਆਉਣ ਵਾਲੇ ਭਵਿੱਖ ਵਿੱਚ ਸਾਡੇ ਖਾਨਦਾਨ ਦੀ ਤਕਦੀਰ ਬਦਲੇਗੀ ਬਦਲੇਗੀ। ਇੱਕ ਡਾਇਰੀ ਹੁੰਦੀ ਹੈ ਨਾ ਛੋਟੀ ਜਿਹੀ ਤਰੀਕਾਂ ਵਾਲੀ, ਜਿਵੇਂ ਗੁਰੂ ਕੇ ਰਾਗੀ ਸਿੰਘ, ਗ੍ਰੰਥੀ ਸਿੰਘ, ਗੁਰੂ ਘਰ 'ਚ ਵੀ ਆਪਾਂ ਸਾਰੇ ਲੋਕ ਰੱਖਦੇ ਨੇ ਆਪਣਾ ਟਾਈਮ ਟੇਬਲ, ਤਰੀਕਾ ਨੋਟ ਕਰ ਲੈ, ਕਿਹੜੇ ਦਿਨ ਕਿੱਥੇ ਕੀ ਕੰਮ ਹੈ। ਮੈਨੂੰ ਡਾਇਰੀ ਹੁੰਦੀ ਤਰੀਕਾਂ ਵਾਲੀ, ਉਹ ਡਾਇਰੀ ਲੈਣੀ ਹੈ। ਆਪਣੇ ਪਰਿਵਾਰ ਦਾ ਜਿਹੜਾ ਬੱਚਾ ਹੈ ਨਾ, 3 ਸਾਲ ਦਾ, 4 ਸਾਲ ਦਾ, 5, 6, 7 ਸਾਲ ਤੱਕ ਦਾ ਜਿਹੜਾ ਬੱਚਾ ਹੈ, 10 ਸਾਲ ਦਾ ਹੋਵੇ, ਭਾਵੇਂ ਮੈਂ ਖੁਦ ਵੀ ਕਿਉਂ ਨਾ ਹੋਵਾਂ, ਆਪਾਂ ਆਪਣੇ ਤੇ ਵੀ ਇਹ ਕਰ ਸਕਦੇ ਹਾਂ। ਹੁਣ ਬੱਚੇ ਨੂੰ ਬਾਣੀ ਪੜ੍ਹਨ ਲਾਉਣਾ ਹੋਵੇ, ਜੇ ਕਹੀਏ ਨਾ ਬੱਚੇ ਨੂੰ ਬਾਣੀ ਪੜ੍ਹਨ ਲਾਓ, ਉਹਦਾ ਬੜਾ ਨੁਕਸਾਨ ਹੁੰਦਾ। ਨੁਕਸਾਨ ਇਹ ਹੁੰਦਾ,
ਅਸੀਂ ਕਿਸੇ ਦੇ ਘਰ ਗਏ, ਉਹਨਾਂ ਦਾ ਛੋਟਾ ਜਿਹਾ ਬੱਚਾ ਵੇਖਿਆ, ਉਹਨੇ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਸਾਨੂੰ ਸੁਣਾਈ, ਤੇ ਸੱਚ ਜਾਣੋ ਅਸੀਂ ਉੱਥੇ ਖੁਸ਼ ਹੋਏ, ਸ਼ਾਬਾਸ਼ ਦਿੱਤੀ, ਪਰ ਅੰਦਰ ਅੱਗ ਬਲ ਉੱਠੀ। ਇਹਨਾਂ ਦੇ ਬੱਚੇ ਨੂੰ ਜਪਜੀ ਸਾਹਿਬ ਆਉਂਦਾ, ਸਾਡੇ ਨੂੰ ਕਿਉਂ ਨਹੀਂ ਆਉਂਦਾ? ਉਹ ਇਹਦੇ ਨਾਲੋਂ ਸਾਲ ਵੱਡਾ ਹੈ। ਤੇ ਘਰੇ ਆਉਂਦਿਆਂ ਕੀ ਹੋਇਆ ਭਲਾ? ਸੋਟਾ ਫੜ ਲਿਆ। ਉਹ ਬੱਚੇ ਦੇ ਦੁਆਲੇ ਹੋ ਗਏ, ਤੈਨੂੰ ਕਿਉਂ ਨਹੀਂ ਜਪਜੀ ਸਾਹਿਬ ਆਉਂਦਾ? ਉਹਨੂੰ ਦਬਕੇ ਮਾਰਦੇ ਆ, ਝਿੜਕਦੇ ਆ, ਕੁੱਟਦੇ ਵੀ ਆ, ਤੇ ਫਿਰ ਇੰਨਾ ਜ਼ੋਰ ਲਾ ਦਿੰਨੇ ਆ ਵੀ ਪੁੱਤ ਅੱਜ ਤਕਾਲਾਂ ਤੱਕ ਤੈਨੂੰ ਬ੍ਰਹਮ ਗਿਆਨੀ ਬਣਾ ਕੇ ਛੱਡਣਾ, ਇੱਕੋ ਦਿਨ 'ਚ। ਇਹਦੇ ਨਾਲ ਅਸਰ ਪਤਾ ਕੀ ਹੁੰਦਾ ਹੈ? ਉਹ ਬੱਚੇ ਲਈ ਗੁਰੂ ਕੀ ਬਾਣੀ ਬੋਝ ਬਣ ਜਾਂਦੀ ਜੇ, ਵਾਹਿਗੁਰੂ ਬਖਸ਼ ਲਵੇ। ਉਹ ਇਸ ਤਰ੍ਹਾਂ ਬਾਣੀ ਪੜ੍ਹੇਗਾ ਡਰਦਾ ਡਰਦਾ, ਭਈ ਉਹਦੇ ਲਈ ਇੱਕ ਕੋਈ ਬੋਝ ਹੈ, ਕੋਈ ਕੰਮ ਦਿੱਤਾ ਗਿਆ ਹੈ ਉਹਨੂੰ, ਸ਼ੌਂਕ ਨਾਲ ਨਹੀਂ ਉਹ ਪੜ੍ਹੇਗਾ। ਤੇ ਜਿੰਨਾ ਚਿਰ ਤੁਹਾਡਾ ਡਰ ਹੈ ਉਹਨਾਂ ਚਿਰ ਪੜ੍ਹੇਗਾ, ਜਦੋਂ ਡਰ ਬਾਕੀ ਚੀਜ਼ਾਂ ਦਾ ਲੈ ਗਿਆ ਉਦੋਂ ਉਹ ਵੀ ਛੁੱਟ ਜਾਏਗਾ। ਸਹੀ ਤਰੀਕਾ ਇਹ ਹੈ, ਤਰੀਕਾਂ ਵਾਲੀ ਡਾਇਰੀ ਲਓ ਤੇ ਛੋਟੇ ਬੱਚੇ ਤੋਂ ਸ਼ੁਰੂ ਕਰ ਲਓ। ਮੂਲ ਮੰਤਰ ਆ ਜਾਂਦਾ ਹੈ, 2-3 ਸਾਲ ਤੱਕ ਦਾ ਬੱਚਾ ਹੁੰਦਾ ਹੈ, ਉਹਨੂੰ ਬੋਲਣਾ ਆ ਜਾਂਦਾ। ਮੂਲ ਮੰਤਰ ਆਮ ਹੀ ਮਾਵਾਂ ਸਿਖਾ ਹੀ ਦਿੰਦੀਆਂ ਨੇ ਪਹਿਲਾਂ ਹੀ। ਫਿਰ ਕੀ ਕਰਨਾ? ਇੱਕ ਦਿਹਾੜੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਤੁਕ ਲਿਖਣੀ ਅੱਜ ਦੀ ਤਰੀਕ ਦੇ ਖਾਨੇ 'ਚ। ਉਦਾਹਰਣ ਵਜੋਂ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇੱਕ ਤੁਕ ਹੋ ਗਈ, ਬਸ ਇੰਨਾ ਹੀ ਲਿਖਣਾ, ਵੱਧ ਨਹੀਂ। ਸਾਰਾ ਦਿਨ ਉਹ ਇੱਕ ਤੁਕ ਉਸ ਬੱਚੇ ਨੂੰ ਪੜ੍ਹਾਉਣੀ ਹੈ, ਪਰ ਪੜ੍ਹਾਉਣੀ ਪ੍ਰੇਮ ਦੇ ਨਾਲ ਹੈ। ਜਿੰਨਾ ਚਿਰ ਉਹ ਪੜ੍ਹੇ ਠੀਕ ਹੈ, ਜਦੋਂ ਉਹਦਾ ਮਨ ਉਚਾਟ ਹੋ ਜਾਏ ਤੇ ਕੋਈ ਗੱਲ ਨਹੀਂ, ਫਿਰ ਛੱਡ ਵੀ ਦੇਣਾ। ਇੱਕ ਦਿਨ ਵਿੱਚ ਉਹਨੂੰ ਇੱਕ ਤੁਕ ਤਾਂ ਕੰਠ ਹੋ ਹੀ ਜਾਣੀ ਹੈ, ਬੜਾ ਸੁਭਾਵਕ ਹੈ, ਬੜਾ ਆਸਾਨ ਹੈ। ਅਗਲੇ ਦਿਨ ਅਗਲੀ ਤੁਕ, ਨਾਲੇ ਉਹਨੂੰ ਕਹਿਣਾ ਪੁੱਤਰ ਕੱਲ ਵਾਲੀ ਸੁਣਾ, ਤੇ ਨਾਲੇ ਅਗਲੀ ਪੜ੍ਹਾ ਦੇਣੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਸ ਦਿਨ ਉਹਨੂੰ 4-5 ਪੌੜੀਆਂ ਕੰਠ ਹੋ ਜਾਣ, ਫਿਰ ਥੋੜੇ ਜਿਹੇ ਦਿਨ ਰੁਕ ਜਾਓ ਤੇ ਰੋਜ਼ ਉਹ 4-5 ਪੌੜੀਆਂ ਦਾ ਪਾਠ 2-2 ਵਾਰਾਂ 3-3 ਵਾਰਾਂ ਉਹਦੇ ਕੋਲੋਂ ਸੁਣੀ ਜਾਓ। ਪਰ ਸੁਣਨਾ ਹੈ ਬੱਚੇ ਕੋਲੋਂ, ਤੁਰਦੇ ਫਿਰਦੇ ਕੋਲੋਂ, ਖੇਡਦੇ ਕੋਲੋਂ ਹੀ। ਜੇ ਬਹਿ ਕੇ ਸੁਣਾਵੇਂ ਤਾਂ ਚੰਗਾ, ਜੇ ਬੈਠਦਾ ਨਹੀਂ ਹੈ ਇੱਕ ਥਾਂ ਤੇ ਟਿਕ ਕੇ ਤਾਂ ਕੋਈ ਗੱਲ ਨਹੀਂ, ਤੁਰੇ ਫਿਰਦੇ ਕੋਲੋਂ ਸੁਣ ਲਈਏ। ਇਸ ਤਰ੍ਹਾਂ ਕਰਦਿਆਂ ਕਰਦਿਆਂ 2-2.5 ਸਾਲ ਵੱਧ ਤੋਂ ਵੱਧ, ਤੇ ਜੇ ਰੋਜ਼ ਦੀ ਇੱਕ ਤੁਕ ਕਰਾਵਾਂਗੇ 1.5 ਸਾਲ ਦੇ ਵਿੱਚ ਵਿੱਚ ਹੀ ਜਪਜੀ ਸਾਹਿਬ ਕੰਠ ਹੋ ਜਾਣਾ। ਤੇ ਜੇ 4-5 ਸਾਲ ਲਗਾਤਾਰ ਇਹ ਤਰਤੀਬ ਚੱਲ ਗਈ ਨਾ ਕਿਤੇ, ਸਾਰਾ ਨਿਤਨੇਮ ਹੀ ਕੰਠ ਹੋ ਜਾਣਾ, ਸਾਰਾ ਨਿਤਨੇਮ। ਤੇ ਜਿਹੜੀ ਮਾਂ ਨੇ ਇਹ ਕਰਵਾ ਦਿੱਤਾ, ਭੈਣੋ ਵੇਖੋ ਐ ਸੇਵਾ ਬੜੀ ਵੱਡੀ। ਜਿਹੜੇ ਪਿਓ ਨੇ, ਜਿਹੜੀ ਮਾਂ ਨੇ, ਭਾਵੇਂ ਤੁਹਾਡੀ ਗਲੀ ਵਿੱਚ, ਤੁਹਾਡੇ ਗਵਾਂਢ ਵਿੱਚ ਹੀ ਕੋਈ ਬੱਚਾ ਹੋਵੇ, ਆਂਢੋ ਗੁਆਂਢੋ ਕੋਈ ਵੀ ਹੋ ਸਕਦਾ ਹੈ, ਜਿਹੜਾ ਉਹਨੂੰ ਕਰਵਾਏਗਾ ਨਾ, ਉਹਨੂੰ ਫਲ ਕੀ ਮਿਲੇਗਾ? ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਉ ਇੱਕ ਸ਼ਬਦ ਸਿਖਾਏਗਾ। ਇੰਨਾ ਫਲ ਮਿਲ ਜਾਏਗਾ ਜਿਵੇਂ ਸੋਨੇ ਦੇ 7 ਗੁਰਦੁਆਰੇ ਬਣਾ ਦਿੱਤੇ ਹੋਣ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਹਰਿਮੰਦਰ ਸਾਹਿਬ ਤੇ ਸੋਨਾ ਲਵਾਇਆ ਨਾ, ਜਿਨੇ ਬਾਣੀ ਪੜ੍ਹਾ ਦਿੱਤੀ, ਮੇਰੇ ਸਤਿਗੁਰੂ ਕਹਿੰਦੇ ਨੇ ਤੂੰ 7 ਗੁਰਦੁਆਰਿਆਂ ਤੇ ਸੋਨਾ ਲਾ ਦਿੱਤਾ ਹੀ, ਇੱਕ ਤੇ ਨਹੀਂ। ਕਿਉਂਕਿ ਜਿਹੜਾ ਹਰਿਮੰਦਰ ਇੱਕ ਤਾਂ ਬਾਹਰ ਹੈ, ਇੱਕ ਹਰਿਮੰਦਰ ਆ ਸਰੀਰ ਵੀ ਹੈ, ਇੱਕ ਹਰਿਮੰਦਰ ਇਹਦੇ ਅੰਦਰ ਵੀ ਹੈ। ਤੇ ਉਹ ਛੋਟੇ ਜਿਹੇ ਬੱਚੇ ਦੇ ਹਰਿਮੰਦਰ ਨੂੰ ਜੇ ਸਵਾਰ ਦਿੱਤਾ, ਖਾਲਸਾ ਜੀ ਸਾਰਾ ਜੀਵਨ ਉਹ ਸਮਝ ਲਓ ਤੁਸੀਂ ਨਾਮ ਦੇ ਖਜ਼ਾਨੇ ਦੀ FD ਕਰ ਦਿੱਤੀ ਹੈ। ਸਾਰੀ ਜ਼ਿੰਦਗੀ ਤੇ ਮਰਨ ਤੋਂ ਬਾਅਦ ਵੀ ਉਹ ਨਾਮ ਦੇ ਖਜ਼ਾਨੇ ਦਾ ਵਿਆਜ ਤੁਹਾਡੀ ਆਤਮਾ ਨੂੰ ਮਿਲਦਾ ਰਹਿਣਾ। ਇਹ ਬੇਨਤੀ ਪ੍ਰਵਾਨ ਕਰਿਓ, ਪ੍ਰੈਕਟੀਕਲ ਇਹ ਛੋਟੀ ਜੀ ਬੇਨਤੀ ਹੈ। ਜਿਨੇ ਕਮਾ ਲਈ ਉਹਦਾ ਆਪਣਾ ਵੀ ਉਧਾਰ ਹੋ ਗਿਆ, ਔਰ ਜਿਹਨੂੰ ਉਹਨੇ ਸਿਖਾਇਆ ਉਸ ਬੱਚੇ ਦਾ ਵੀ ਉਧਾਰ ਹੋ ਗਿਆ, ਬਲਕਿ ਇੱਕ ਉਦਾਹਰਣ ਪੈਦਾ ਹੋ ਜਾਏਗੀ। ਸਤਿਗੁਰੂ ਜੀ ਨੇ ਆਖਿਆ ਹੈ, ਐਸੇ ਵਿਰਲੇ ਵਿਰਲੇ ਹੁੰਦੇ ਨੇ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜਗ ਆਇਆ। ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ, ਸਾਨੂੰ ਅਕਿਰਤ ਘਣ ਨਾ ਬੰਨ ਦੇਣ, ਸਾਨੂੰ ਆਪਣੀ ਸੇਵਾ ਚ ਲਾ ਲੈਣ, ਸਿਮਰਨ ਵਿੱਚ ਲਾ ਲੈਣ, ਤੇ ਫਿਰ ਕੀਤੀ ਸੇਵਾ, ਕੀਤੇ ਸਿਮਰਨ ਨੂੰ ਇਹਨਾਂ 5 ਚੋਰਾਂ ਦੇ ਹੱਥੋਂ ਲੁੱਟੇ ਜਾਣ ਤੋਂ ਬਚਾ ਲੈਣ। ਇੰਨੇ ਕੁ ਬਚਨਾਂ ਦੇ ਨਾਲ ਖਿਮਾ ਦੇ ਜਾਚਕ ਹਾਂ।
अति सन्मानयोग सचखंड श्री हरमंदर साहब जी तो गुरु के प्यारे गुरु के रागी सिंह पहुँचे ने। तिन्हां दी प्यारी रसना तो हुण नाम बाणी दी वर्खा होनी है। बड़े प्यार नाल आनंद माणीए। दास नूं इत्थे छुट्टियां बख्शिश करो जी। असीस दिओ, गज के फतेह बुलाओ। वाहिगुरु जी का खालसा, वाहिगुरु जी की फतेह।